ਪਿਆਰੇ ਦੋਸਤੋ, ਅੱਜ ਕੱਲ੍ਹ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਨਿਕਲੀਆਂ ਹੋਈਆਂ। ਤਾਂ ਨਿਸ਼ਚੇ ਹੀ ਜਿਹੜੇ ਵੀ ਲੋਕ ਇਹਨਾਂ ਪੋਸਟਾਂ ਲਈ ਐਲੀਜੀਬਲ ਨੇ ਅਤੇ ਉਹਨਾਂ ਦਾ ਸਾਰਾ ਧਿਆਨ ਇਸ ਸਮੇਂ ਹੋਣ ਵਾਲੇ ਟੈਸਟ ਉੱਪਰ ਲੱਗਿਆ ਹੋਇਆ ਕਿ ਉਹ ਟੈਸਟ ਅਸੀਂ ਪਾਸ ਕਰ ਜਾਈਏ, ਉਸ ਟੈਸਟ ਦੀ ਮੈਰਿਟ ਵਿੱਚ ਆ ਜਾਈਏ। ਅਜਿਹਾ ਹੋਣਾ ਸੁਭਾਵਿਕ ਹੀ ਆ, ਕਿਉਂਕਿ ਜਿਹੜਾ ਇਹ ਫੋਕ ਨੰਬਰ ਹੁੰਦਾ ਕਿ ਕਿਸੇ ਦੀ 7 ਸਾਲ ਬਾਅਦ ਸੁਣੀ ਜਾਂਦੀ ਹੈ, ਕਹਿੰਦੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਕਿ 12 ਬਰਸੀ ਖੱਟਣ ਗਿਆ ਇੱਕ ਦਿਨ ਵਾਪਸ ਆ ਜਾਂਦਾ, 14 ਸਾਲਾਂ ਬਾਅਦ ਰਾਮ ਦਾ ਬਨਵਾਸ ਵੀ ਕੱਟਿਆ ਜਾਂਦਾ। ਪਰ ਇਹ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀਆਂ ਪੱਕੀਆਂ ਪੋਸਟਾਂ ਬੜੀ ਦੇਰ ਬਾਅਦ ਨਿਕਲੀਆਂ। ਇਸ ਕਰਕੇ ਸਾਰੇ ਹੀ ਯੋਗ ਉਮੀਦਵਾਰਾਂ ਦਾ ਇਸ ਵੱਲ ਧਿਆਨ ਲੱਗਿਆ ਹੋਇਆ। ਤਾਂ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਉਹ ਪੰਜਾਬੀ ਲੈਕਚਰਾਰਾਂ ਦੇ ਬਾਰੇ ਗੱਲ ਕਰਨੀ ਆ, ਅਤੇ ਉਹ ਵੀ ਇਸ ਕਰਕੇ ਗੱਲ ਕਰਨੀ ਆ ਕਿ ਵਾਰ-ਵਾਰ ਵਿਦਿਆਰਥੀ ਪੁੱਛਦੇ ਨੇ, ਵਾਰ-ਵਾਰ ਜਿਹੜੇ ਬੰਦੇ ਇਸ ਲਈ ਯੋਗ ਨੇ ਉਹ ਪੁੱਛਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਪੜ੍ਹਨਾ ਚਾਹੀਦਾ। ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਕੁਝ ਗੱਲਾਂ ਕੀਤੀਆਂ ਸੀ। ਮੈਂ ਤੁਹਾਨੂੰ ਕਿਹਾ ਸੀ ਕਿ ਸਿਲੇਬਸ 'ਤੇ ਧਿਆਨ ਦਿਓ, ਪ੍ਰਮਾਣਿਕ ਪੁਸਤਕਾਂ ਨੂੰ ਹੀ ਪੜ੍ਹੋ, ਜਿਹੜੇ ਬਹੁਤ ਚੋਣ ਪ੍ਰਸ਼ਨ ਹੈਗੇ ਆ ਉਹਨਾਂ ਵੱਲ ਧਿਆਨ ਦਿਓ, ਕਿਉਂਕਿ ਇਹ ਸਾਰੇ ਹੀ ਬਹੁਤ ਚੋਣ ਪ੍ਰਸ਼ਨ ਹੋਣੇ ਆ। ਫਿਰ ਮੈਂ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕੀਤੀ ਸੀ ਕਿ ਤੁਸੀਂ ਜਦੋਂ ਤਿਆਰੀ ਕਰਨੀ ਆ ਉਦੋਂ ਨਾਵਾਂ, ਥਾਵਾਂ, ਕਾਲ ਕ੍ਰਮ ਨੂੰ, ਪ੍ਰਭਾਸ਼ਕ ਸ਼ਬਦਾਵਲੀ ਨੂੰ, ਤੱਤਾਂ ਨੂੰ, ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ, ਪ੍ਰਵਿਰਤੀਆਂ ਵੱਲ ਧਿਆਨ ਦਿਓ। ਉਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਦੇ ਫੋਨ ਆਏ, ਬਹੁਤ ਸਾਰਿਆਂ ਨੇ ਮੈਸੇਜ ਪਾਏ ਕਿ ਇਸ ਸੰਬੰਧੀ ਕੁਝ ਹੋਰ ਜਾਣਕਾਰੀ ਦਿਓ ਕਿ ਪੇਪਰ ਕਿਸ ਕਿਸਮ ਨਾਲ ਬਣੇਗਾ, ਕਿਸ ਕਿਸਮ ਨਾਲ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਅਤੇ ਮੈਂ 2-3 ਗੱਲਾਂ ਸਪਸ਼ਟ ਕਰ ਦੇਣੀਆਂ ਚਾਹੁੰਦਾ। ਪਹਿਲਾਂ ਵੀ ਇੱਕ ਵਾਰੀ ਕਿਹਾ ਹੈਗਾ ਕਿ ਸਭ ਤੋਂ ਪਹਿਲੀ ਗੱਲ ਕਿ ਇਸ ਸਮੇਂ ਜਿੰਨਾ ਸਮਾਂ ਥੋੜ੍ਹਾ ਰਹਿ ਗਿਆ ਹੈਗਾ, ਤੁਸੀਂ ਸਿਰਫ ਆਪ ਦੀ ਤਿਆਰੀ ਕਰ ਸਕਦੇ ਹਾਂ, ਪੁਰਾਣੀ ਤਿਆਰੀ ਨੂੰ ਨਿਭਾ ਸਕਦੇ ਹਾਂ। ਹੁਣ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਨਵੇਂ ਸਿਰਿਓਂ ਤਿਆਰੀ ਕੀਤੀ ਜਾ ਸਕਦੀ ਹੈ। ਜਿਹਨੂੰ ਕਹਿੰਦੇ ਆ ਕਿ ਪੁਰਾਣੀਆਂ ਜਿਹੜੀਆਂ ਖਾਧੀਆਂ ਖੁਰਾਕਾਂ ਹੈ ਉਹਨਾਂ ਨੇ ਕੰਮ ਆਉਣਾ, ਅਤੇ ਉਸ ਉੱਤੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ, ਉਸ ਸਮੇਂ ਪੜ੍ਹਨਾ ਚਾਹੀਦਾ ਸੀ। ਸਿਲੇਬਸ ਨੂੰ ਧਿਆਨ ਨਾਲ ਉਦੋਂ ਪੜ੍ਹਿਆ, ਉਹਨਾਂ ਨੂੰ ਅੱਜ ਵੀ ਕੋਈ ਮੁਸ਼ਕਲ ਨਹੀਂ ਆਉਣ ਲੱਗੀ। ਦੂਜੀ ਗੱਲ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਆਖੀ ਸੀਗੀ ਕਿ ਇਸ ਕਿਸਮ ਦਾ ਬਿਲਕੁਲ ਤੁਸੀਂ ਮਲਾਲ ਨਾ ਕਰੋ, ਇਸ ਗੱਲ ਦਾ ਬਿਲਕੁਲ ਅਫਸੋਸ ਨਾ ਕਰੋ ਕਿ ਅਸੀਂ ਬਹੁਤ ਸਾਲ ਪੜ੍ਹਾਇਆ ਅਤੇ ਉਹਦਾ ਸਾਨੂੰ ਕੀ ਫਾਇਦਾ ਹੋਇਆ। ਦੇਖੋ, ਜਿਹੜੇ ਸਰਕਾਰੀ ਕਾਲਜਾਂ ਵਿੱਚ ਜਿਨ੍ਹਾਂ ਨੇ ਪੜ੍ਹਾਇਆ ਉਹਨਾਂ ਨੂੰ ਨੰਬਰ ਵੀ ਮਿਲਣਗੇ, ਬਾਕੀਆਂ ਨੂੰ ਵੀ ਜੇ ਨੰਬਰ ਨਹੀਂ ਮਿਲਣਗੇ ਤਾਂ ਉਹਨਾਂ ਦਾ ਤਜਰਬਾ ਕਿਤੇ ਅਜਾਈ ਨਹੀਂ ਜਾਊਗਾ। ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਉਹਨਾਂ ਦੇ ਸੰਕਲਪ ਸਪਸ਼ਟ ਹੋਏ ਹੋਣਗੇ। ਨਿਸ਼ਚੇ ਹੀ ਜੇ ਉਹਨਾਂ ਨੇ ਧਿਆਨ ਨਾਲ ਪੜ੍ਹਾਇਆ ਤਾਂ ਉਹ ਖੁਦ ਵੀ ਉਦੋਂ ਉਹਨਾਂ ਨੇ ਯਾਦ ਕਰਿਆ ਹੋਊਗਾ। ਇਸੇ ਤਰ੍ਹਾਂ ਹੀ ਜਿਹੜੇ ਵਿਦਿਆਰਥੀਆਂ ਨੇ ਖੋਜ ਵਿੱਚ ਸਮਾਂ ਲਾਇਆ ਅਤੇ ਉਹ ਖੋਜ ਵਾਲਾ ਕੰਮ ਵੀ ਉਹਨਾਂ ਦਾ ਅਜਾਈ ਨਹੀਂ ਜਾਊਗਾ। ਇਸ ਗੱਲੋਂ ਅਫਸੋਸ ਨਾ ਕਰੋ। ਹੁਣ ਅਗਲੀ ਗੱਲ ਆਈ ਕਿ ਜਿਹੜਾ ਪੇਪਰ ਆ ਉਹ UGC ਵਾਲਾ ਹੀ ਸਿਲੇਬਸ ਆ। ਤੁਸੀਂ ਪਹਿਲਾਂ MA ਪਾਸ ਕੀਤੀ ਹੈ, ਫਿਰ UGC ਦਾ ਟੈਸਟ ਪਾਸ ਕੀਤਾ ਹੈ, ਅਤੇ ਇਸ ਸਮੇਂ ਉਸੇ ਸਿਲੇਬਸ ਦੇ ਵਿੱਚੋਂ ਹੀ ਜ਼ਿਆਦਾ ਤੁਹਾਨੂੰ ਸਵਾਲ ਪੁੱਛੇ ਜਾਣੇ ਨੇ। ਜਦੋਂ ਉਸੇ 'ਤੇ ਹੀ ਸਵਾਲ ਜ਼ਿਆਦਾ ਪੁੱਛੇ ਜਾਣੇ ਆ ਤਾਂ ਡਰਨ ਵਾਲੀ ਕੋਈ ਗੱਲ ਨਹੀਂ। ਪਰ ਇੱਕ ਗੱਲ ਪੱਕੀ ਹੈਗੀ ਹੈ ਕਿ ਜਿਸ ਤਰ੍ਹਾਂ ਜਿੰਨੇ ਵੀ ਵਿਦਿਆਰਥੀ MA ਪੰਜਾਬੀ ਕਰ ਜਾਂਦੇ ਆ ਉਹ ਸਾਰੇ ਵਿਦਿਆਰਥੀ UGC ਨਹੀਂ ਕਲੀਅਰ ਕਰ ਸਕਦੇ, ਅਤੇ ਇਸੇ ਤਰ੍ਹਾਂ ਹੀ ਜਿੰਨੇ ਵਿਦਿਆਰਥੀ UGC ਕਲੀਅਰ ਕਰ ਜਾਂਦੇ ਆ ਉਹ ਜ਼ਰੂਰੀ ਨਹੀਂ ਕਿ ਇਹ ਟੈਸਟ ਵੀ ਕਲੀਅਰ ਕਰਨ। ਅਤੇ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਮੁਕਾਬਲੇ ਦੀ ਪ੍ਰੀਖਿਆ ਹੁੰਦੀ ਆ ਅਤੇ ਉਦੋਂ ਜਿਹੜਾ ਪ੍ਰਸ਼ਨਾਂ ਦਾ ਪੱਧਰ ਆ ਉਹ ਉੱਚਾ ਚੁੱਕਿਆ ਜਾਂਦਾ, ਪ੍ਰਸ਼ਨਾਂ ਦਾ ਪੱਧਰ ਔਖਾ ਹੋ ਜਾਂਦਾ। ਇਸ ਗੱਲ ਦੀ ਆਸ ਨਾ ਕਰੋ ਕਿ ਉੱਥੇ ਬਹੁਤ ਸੌਖੇ ਪ੍ਰਸ਼ਨ ਹੋਣਗੇ। ਨਿਸ਼ਚੇ ਹੀ ਉੱਥੇ ਔਖੇ ਪ੍ਰਸ਼ਨ ਹੋਣਗੇ, ਪਰ ਉਹ ਔਖੇ ਸਿਰਫ ਤੁਹਾਡੇ ਲਈ ਨਹੀਂ, ਸਾਰਿਆਂ ਲਈ ਔਖੇ ਹੋਣਗੇ, ਕਿਉਂਕਿ ਮੈਰਿਟ ਬਣਨੀ ਹੈ, ਕਿਉਂਕਿ ਉਹਦੇ ਵਿੱਚੋਂ ਦਰਜਾਬੰਦੀ ਹੋਣੀ ਆ। ਇਸ ਕਰਕੇ ਤੁਸੀਂ ਉਸ ਵਿੱਚ ਆਪਣੇ ਵੱਲੋਂ ਆਪਣੇ ਵਰਗ ਵਿੱਚ ਸਭ ਤੋਂ ਵਧੀਆ ਜਿਹੜੀ ਆਪਣੀ ਯੋਗਤਾ ਦਰਸਾਉਣੀ ਆ। ਇਸ ਲਈ ਤੁਸੀਂ ਇਸ ਦੀ ਤਿਆਰੀ ਸ਼ੁਰੂ ਕਰੋ। ਅਗਲੀ ਜਿਹੜੀ ਗੱਲ ਹੈਗੀ ਹੈ ਕਿ ਜਿਹੜਾ ਤੁਹਾਡਾ ਸਿਲੇਬਸ ਹੈਗਾ UGC ਦਾ 10 ਯੂਨਿਟਾਂ ਦੇ ਵਿੱਚ ਵੰਡਿਆ ਹੋਇਆ, ਅਤੇ ਜੇ 100 ਸਵਾਲ ਪੁੱਛਿਆ ਜਾਣਾ ਤਾਂ ਹਰ ਯੂਨਿਟ ਦੇ ਵਿੱਚੋਂ 10-10 ਸਵਾਲ ਆਉਣੇ। ਕੋਈ ਵੀ ਯੂਨਿਟ ਇਸ ਵਿੱਚ ਛੱਡੋ ਨਾ, ਤੁਸੀਂ ਛੱਡ ਸਕਦੇ ਨਹੀਂ, ਕਿਉਂਕਿ ਮੁਕਾਬਲੇ ਦੀ ਪ੍ਰੀਖਿਆ ਜੇ ਤੁਸੀਂ ਸਵਾਲ ਹੀ 90 ਕੀਤੇ ਜਾਂ ਸਵਾਲ ਹੀ 80 ਕੀਤੇ ਤਾਂ ਨਿਸ਼ਚਿਤ ਤੁਹਾਡੇ ਨੰਬਰ, ਫਿਰ ਜਿਹਨੇ 100 ਸਵਾਲ ਕੀਤਾ ਹੋਇਆ ਅਤੇ ਉਹਦੇ ਨਾਲੋਂ ਤਾਂ ਫਿਰ ਤੁਹਾਡੇ ਘੱਟ ਹੀ ਜਾਣਗੇ ਨੰਬਰ। ਸੋ ਸਿਲੇਬਸ ਦਾ ਕੋਈ ਵੀ ਭਾਗ ਛੱਡ ਨਹੀਂ ਸਕਦੇ।
ਸਿਲੇਬਸ ਦੇ ਵਿੱਚ ਜਿਹੜਾ ਅੱਗੇ ਭਾਗ ਨੇ ਆਪ ਕਰਕੇ ਉਹਨਾਂ ਸਾਰੇ ਉਪ ਭਾਗਾਂ ਨੂੰ ਵੀ ਕਰੋ, ਕਿਉਂਕਿ ਸਵਾਲ ਕਿਤੋਂ ਵੀ ਪੁੱਛਿਆ ਜਾ ਸਕਦਾ ਹੈ। ਜੇ 100 ਸਵਾਲ ਪੁੱਛਿਆ ਜਾਣਾ ਤਾਂ ਨਿਸ਼ਚੇ ਹੀ ਜਿਹੜੀ ਆਮ ਵਿਧੀ ਹੁੰਦੀ ਹੈ ਕਿ ਜਦੋਂ ਪੇਪਰ ਤਿਆਰ ਕੀਤੇ ਜਾਂਦੇ ਆ, ਜਿਹੜੇ ਬਹੁਤ ਚੋਣ ਪ੍ਰਸ਼ਨ ਹੁੰਦੇ ਆ, ਜਿਹੜੇ ਮਲਟੀ ਚੁਆਇਸ ਕੁਐਸਚਨ ਹੁੰਦੇ ਆ, ਉਹਨਾਂ ਦੇ ਲਈ ਆਮ ਕਰਕੇ ਇਹ ਕਿ ਪਹਿਲੀ ਪੱਧਰ 'ਤੇ ਤਾਂ 3 ਗੁਣਾ ਮੰਨੇ ਜਾਂਦੇ ਸੀ ਅਤੇ ਫਿਰ 10 ਗੁਣਾ ਮੰਨੇ ਜਾਂਦੇ, ਅਤੇ ਕਈ ਵਾਰੀ 10 ਗੁਣਾ ਤੋਂ ਵੀ ਵੱਧ ਸਵਾਲ ਤਿਆਰ ਕੀਤੇ ਜਾਂਦੇ ਆ। ਕਹਿ ਲਓ ਕਿ ਜੇ ਤੁਹਾਨੂੰ 100 ਸਵਾਲ ਪੁੱਛਿਆ ਜਾਣਾ ਹੈ ਤਾਂ ਲਗਭਗ ਇਹਦੇ 10 ਗੁਣਾ, 100 ਸਵਾਲ ਜੇ ਪੁੱਛਿਆ ਜਾਣਾ ਤਾਂ ਉਹਦਾ ਲਗਭਗ 10 ਗੁਣਾ ਸਵਾਲ ਤਿਆਰ ਹੋਣਗੇ। ਉਹਨਾਂ ਸਵਾਲਾਂ ਵਿੱਚੋਂ 94 ਸਵਾਲ ਆ ਜਿਹੜੇ ਪੁੱਛੇ ਜਾਣਗੇ ਰੈਂਡਮ ਮੈਥਡ ਨਾਲ ਪੁੱਛੇ ਜਾਣਗੇ, ਕੰਪਿਊਟਰ ਰਾਹੀਂ ਰੈਂਡਮ ਹੁੰਦੀ ਹੈਗੀ ਆ, ਜਾਂ ਮਤਲਬ ਕਿ ਇਹ ਲਾਟਰੀ ਵਿਧੀ ਦੇ ਰਾਹੀਂ ਪ੍ਰਸ਼ਨ ਚੁੱਕੇ ਜਾਂਦੇ ਨੇ। ਪਰ ਹਰ ਜਿਹੜਾ ਭਾਗ ਆ ਉਹਨੂੰ ਬਰਾਬਰ ਦੀ ਪ੍ਰਤੀਨਿਧਤਾ ਮਿਲੂਗੀ। ਇਸ ਕਾਰਨ ਕਰਕੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਤਿਆਰ ਕਰਨੇ ਆ, ਸਾਰੇ ਸਿਲੇਬਸ ਨੂੰ ਤਿਆਰ ਕਰਨਾ ਹੈਗਾ, ਹਰ ਭਾਗ ਨੂੰ ਤਿਆਰ ਕਰਨਾ, ਅਤੇ ਇਹ ਸੋਚ ਕੇ ਕਰਨਾ ਕਿ ਕੋਈ ਵੀ ਪ੍ਰਸ਼ਨ ਆ ਸਕਦਾ ਹੈ ਅਤੇ ਪ੍ਰਸ਼ਨ ਔਖੇ ਤੋਂ ਔਖਾ ਆਉਣਾ ਮਨ 'ਚ ਮੰਨ ਕੇ ਚੱਲੋ, ਪਰ ਇਸ ਨਾਲ ਘਬਰਾ ਨਹੀਂ ਜਾਣਾ, ਕਿਉਂਕਿ ਔਖਾ ਪ੍ਰਸ਼ਨ ਸਭ ਲਈ ਔਖਾ ਹੋਊਗਾ। ਜ਼ਰੂਰੀ ਨਹੀਂ ਕਿ ਸਾਰਿਆਂ ਦੇ 100 ਚੋਂ 100 ਹੀ ਨੰਬਰ ਆਉਣ। 80 ਨੰਬਰਾਂ ਨਾਲ ਜਾਂ 70 ਨੰਬਰਾਂ ਜਾਂ 50 ਨੰਬਰਾਂ ਨਾਲ ਵੀ ਜੇ ਬਾਹਲੇ ਔਖੇ ਸਵਾਲ ਹੋਏ ਤਾਂ ਤੁਸੀਂ ਮੈਰਿਟ ਦੇ ਵਿੱਚ ਆ ਸਕਦੇ ਆ। ਰੌਲਾ ਤਾਂ ਇਹ ਹੈ ਕਿ ਤੁਸੀਂ ਸਭ ਤੋਂ ਉੱਪਰਲਿਆਂ ਦੇ ਵਿੱਚ ਆਉਣੇ ਆ ਕਿ ਨਹੀਂ। ਹੁਣ ਅਗਲੀ ਗੱਲ ਆਉਂਦੀ ਹੈ ਕਿ ਜਦੋਂ ਤੁਸੀਂ ਤਿਆਰੀ ਕਰਨੀ ਆ ਤਾਂ ਤਿਆਰੀ ਕਰਨ ਦੇ ਲਈ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਪ੍ਰਮਾਣਿਕ ਅਦਾਰਿਆਂ ਦੀਆਂ ਪੁਸਤਕਾਂ ਨੂੰ ਹੀ ਤੁਸੀਂ ਪੜ੍ਹੋ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਜਿਸ ਚੀਜ਼ ਵੱਲ ਅੱਜ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਜਦੋਂ ਤੁਸੀਂ UGC ਦਾ ਸਿਲੇਬਸ ਦੇਖਦੇ ਆ ਤਾਂ ਲਗਭਗ ਹਰ ਪੋਰਸ਼ਨ ਦੇ ਵਿੱਚ ਹੀ 2 ਚੀਜ਼ਾਂ 'ਤੇ ਬਹੁਤ ਧਿਆਨ ਦਿੱਤਾ ਗਿਆ ਹੈਗਾ ਕਿ ਇੱਕ ਪੋਰਸ਼ਨ ਜਿਹਦਾ ਹਰ ਵਿੱਚ ਹੀ ਹੈਗਾ ਕਿ ਉਸ ਵਿਸ਼ੇ ਸੰਬੰਧੀ ਜਿਹੜੀ ਪ੍ਰਾਪਤ ਆਲੋਚਨਾ ਹੈ ਉਸ ਦੀ ਮੈਟਾ ਆਲੋਚਨਾ ਦੇ ਸਵਾਲ ਨੇ, ਅਤੇ ਦੂਸਰੀ ਪੱਧਰ 'ਤੇ ਉਹ ਸਵਾਲ ਪੁੱਛੇ ਜਾਂਦੇ ਕਿ ਸਮਕਾਲੀ ਝੁਕਾਓ ਕੀ ਹੈਗਾ। ਤਾਂ ਨਿਸ਼ਚੇ ਹੀ ਜਿਹੜੀ ਮੈਟਾ ਆਲੋਚਨਾ ਇਹਦੇ ਤੋਂ ਭਾਵ ਹੈ ਕਿ ਉਸ ਵਿਸ਼ੇ ਉੱਤੇ ਜਿੰਨੀਆਂ ਆਲੋਚਨਾ ਦੀਆਂ ਕਿਤਾਬਾਂ ਮਿਲਦੀਆਂ ਤੁਹਾਨੂੰ ਉਹ ਧਿਆਨ 'ਚ ਹੋਣੀਆਂ ਚਾਹੀਦੀਆਂ, ਤੁਹਾਡੇ ਉਹ ਪੜ੍ਹੀਆਂ ਹੋਣੀਆਂ ਚਾਹੀਦੀਆਂ ਹੈਗੀਆਂ। ਇਸੇ ਤਰ੍ਹਾਂ ਹੀ ਕਿ ਜਦੋਂ ਅਸੀਂ ਇਹ ਗੱਲ ਪੁੱਛਦੇ ਹੈਗੇ ਕਿ ਸਮਕਾਲੀ ਝੁਕਾਓ ਕੀ ਆ ਤਾਂ ਅੱਜ ਕੱਲ੍ਹ ਕੀ ਵਾਪਰ ਰਿਹਾ, ਉਸ ਦੇ ਵੱਲ ਤੁਹਾਡਾ ਧਿਆਨ ਜਾਣਾ ਚਾਹੀਦਾ ਹੈਗਾ। ਅਤੇ ਨਿਸ਼ਚੇ ਹੀ ਜਿਹੜੇ ਵਿਦਿਆਰਥੀ ਸਮਕਾਲੀ ਰਸਾਲਿਆਂ ਨਾਲ ਅਖਬਾਰਾਂ ਨਾਲ ਜੁੜੇ ਰਹਿੰਦੇ ਨੇ ਉਹ ਵਿਦਿਆਰਥੀ ਇਹਨਾਂ ਸਵਾਲਾਂ ਦੇ ਵਧੇਰੇ ਚੰਗੀ ਤਰ੍ਹਾਂ ਜਵਾਬ ਦੇ ਸਕਦੇ ਆ। ਪਰ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਨਹੀਂ ਜੁੜੇ ਰਹਿੰਦੇ ਲਾਜ਼ਮੀ ਤੌਰ 'ਤੇ ਉਹ ਪਛੜ ਸਕਦੇ ਨੇ। ਪਰ ਇਸ ਦੇ ਬਾਵਜੂਦ ਕਿ ਜਿਹੜੀ ਸਾਹਿਤ ਅਕੈਡਮੀ ਦੇ ਇਨਾਮਾਂ ਦੀ ਲਿਸਟ ਹੈਗੀ ਆ, ਭਾਸ਼ਾ ਭਾਗ ਦੇ ਇਨਾਮਾਂ ਦੀ ਲਿਸਟ ਹੈਗੀ ਆ, ਜਾਂ ਢਾਹਾਂ ਕਲੇਰਾਂ ਦੇ ਇਨਾਮਾਂ ਦੀ ਲਿਸਟ ਹੈਗੀ ਆ, ਉਹਨਾਂ ਕਿਤਾਬਾਂ ਨੂੰ ਪੜ੍ਹਨਾ ਜਾਂ ਉਹਨਾਂ ਦੇ ਲੇਖਕਾਂ ਨੂੰ ਜਾਣਨਾ ਜਾਂ ਉਹਨਾਂ ਨੂੰ ਕਦੋਂ ਉਹਨਾਂ ਨੂੰ ਇਨਾਮ ਮਿਲੇ, ਇਸ ਕਿਸਮ ਦੀ ਜਿਹੜੀ ਸੂਚਨਾਮਈ ਜਾਣਕਾਰੀ ਹੈ ਇਹ ਵੀ, ਅਤੇ ਇਸ ਦੇ ਨਾਲ ਹੀ ਇਹਨਾਂ ਪੁਸਤਕਾਂ ਦੇ ਵਿੱਚ ਕੀ ਹੈਗਾ, ਉਸ ਦਾ ਵਿਸ਼ਾ ਵਸਤੂ ਕੀ ਹੈਗਾ, ਉਸ ਦੀ ਵਿਧਾ ਕੀ ਹੈਗੀ ਆ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ। ਉਹਦੇ ਨਾਲ ਹੀ ਤੁਸੀਂ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਦੇ ਸਕਦੇ ਆ ਜਾਂ ਤੁਹਾਨੂੰ ਦੇਣੇ ਸਿਖਾਲੇ ਹੋਣਗੇ। ਅਗਲੀ ਜਿਹੜੀ ਗੱਲ ਹੈਗੀ ਆ ਉਹ ਇਹ ਕਿ ਜਦੋਂ ਤੁਸੀਂ ਕਿਸੇ ਅਧਿਆਪਕ ਦੀ ਪੁਸਤਕ ਪੜ੍ਹਦੇ ਆ ਤਾਂ ਜਿਹੜੇ ਸਾਡੇ ਪ੍ਰਮਾਣਿਕ ਵਿਅਕਤੀ ਨੇ ਉਹਨਾਂ ਦੀਆਂ ਪੁਸਤਕਾਂ ਪੜ੍ਹੋ। ਵੈਸੇ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਅੰਦਾਜ਼ਾ ਦਿੱਤਾ ਸੀ ਕਿ ਤੁਸੀਂ ਜਿਹੜੇ ਅਖਬਾਰ ਜਾਂ ਰਸਾਲੇ ਜਾਂ ਇਹਨਾਂ ਦੇ ਵਿੱਚੋਂ ਤਤਕਾਲੀ ਜਾਣਕਾਰੀ ਲੈ ਸਕਦੇ ਆ। ਦੂਜੇ ਪਾਸੇ ਜਿਹੜੀ ਜਾਣਕਾਰੀ ਹੈਗੀ ਆ ਉਹ ਤੁਸੀਂ ਲੈ ਸਕਦੇ ਹੈਗੇ ਆ ਕਿ ਜਦੋਂ ਤੁਸੀਂ ਕਿਤਾਬਾਂ ਨੂੰ ਪੜ੍ਹਦੇ ਹੈਗੇ ਆ। ਤਾਂ ਉਸ ਸੰਬੰਧੀ ਮੈਂ ਤੁਹਾਨੂੰ ਕੁਝ ਸੁਝਾਅ ਵੀ ਦਿੱਤੇ ਸੀਗੇ, ਕੁਝ ਸੁਝਾਅ ਮੈਂ ਤੁਹਾਨੂੰ ਹੋਰ ਦੇਣੇ ਚਾਹੁੰਦਾ ਹੈਗਾ ਕਿ ਜਿਹਦੇ ਨਾਲ ਤੁਸੀਂ ਥੋੜ੍ਹਾ ਜਿਹਾ ਸੌਖੇ ਢੰਗ ਨਾਲ ਇਸ ਪੇਪਰ ਨੂੰ ਹੱਲ ਕਰ ਸਕਦੇ ਹੈਗੇ ਆ। ਜਿਵੇਂ ਹੁਣ ਜਿਹੜਾ ਤੁਹਾਡਾ ਪਹਿਲਾ ਯੂਨਿਟ ਹੈਗਾ ਇਸ ਦੇ ਬਾਰੇ, ਪਹਿਲੇ ਯੂਨਿਟ ਦੇ ਬਾਰੇ ਜਿਹੜਾ ਸਾਹਿਤ ਰੂਪ ਸਾਹਿਤ, ਸ਼ਾਸਤਰੀ ਪਰੰਪਰਾ ਅਤੇ ਸਾਹਿਤ ਇਤਿਹਾਸਕਾਰੀ ਬਾਰੇ ਹੈਗਾ, ਇਸ ਬਾਰੇ ਜਦੋਂ ਤੁਸੀਂ ਸਾਹਿਤ ਦੇ ਰੂਪਾਂ ਬਾਰੇ ਗੱਲ ਕਰਨੀ ਹੈਗੀ ਅਤੇ ਇਸ ਦੇ ਬਾਰੇ ਤੁਸੀਂ ਪੰਜਾਬੀ ਪੀਡੀਆ ਦੇ ਵਿੱਚੋਂ ਵੀ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਵੈਸੇ ਜਿਹੜੇ ਆਧੁਨਿਕ ਰੂਪ ਨੇ ਜਿਵੇਂ ਗੀਤ, ਨਜ਼ਮ, ਗਜ਼ਲ, ਰਵਾਈ, ਹਾਈਕੂ, ਨਾਵਲ, ਨਿੱਕੀ ਕਹਾਣੀ, ਨਾਟਕ, ਇਕਾਂਗੀ, ਨਿਬੰਧ, ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ ਜੀਵਨੀ, ਰੇਖਾ ਚਿੱਤਰ, ਤਾਂ ਇਹਦੇ ਬਾਰੇ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਹਿਤ ਰੂਪਾਂ ਦੇ ਉੱਤੇ ਕਿਤਾਬ ਛਾਪੀ ਹੈ। ਜਿਹੜੀ ਸਤਿੰਦਰ ਸਿੰਘ ਦੀ ਆਧੁਨਿਕ ਪੰਜਾਬੀ ਕਾਵਿ ਰੂਪ ਹੈਗੀ ਆ ਉਹ ਪੁਸਤਕ ਦੇ ਵਿੱਚੋਂ ਤੁਸੀਂ ਜਾਣਕਾਰੀ ਲੈ ਸਕਦੇ ਆ। ਜਿਹੜੀ ਕੁਲਦੀਪ ਸਿੰਘ ਧੀਰ ਹੋਰਾਂ ਦੀ ਪੁਸਤਕ ਆ ਉਸ ਵਿੱਚੋਂ ਤੁਸੀਂ ਜਾਣਕਾਰੀ ਲੈ ਸਕਦੇ ਆ।
ਇਸੇ ਤਰ੍ਹਾਂ ਹੀ ਤੁਸੀਂ ਮਤਲਬ ਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਆ, ਭਾਰਤੀ ਕਾਵਿ ਸ਼ਾਸਤਰ ਲਈ ਪ੍ਰੇਮ ਪ੍ਰਕਾਸ਼ ਜੀ ਦੀ ਕਿਤਾਬ ਜਾਂ ਮਤਲਬ ਕਿ ਸ਼ਾਂਤੀ ਦੇਵ ਦੀ ਕਿਤਾਬ, ਇਹਨਾਂ ਕਿਤਾਬਾਂ ਨੂੰ ਤੁਸੀਂ ਪੜ੍ਹ ਸਕਦੇ ਆ। ਇਹ ਇੱਕ ਥੋੜ੍ਹਾ ਜਿਹਾ ਮਨ ਦੇ ਵਿੱਚ ਰੱਖੋ ਕਿ ਤੁਹਾਨੂੰ ਕਿਸ ਕਿਸਮ ਦੇ ਸਵਾਲ ਪੁੱਛੇ ਜਾ ਸਕਦੇ ਆ। ਜਿਵੇਂ ਹੁਣ ਜੇ ਤੁਸੀਂ ਸੰਪਰਦਾਵਾਂ ਕਰ ਰਹੇ ਆ, ਰਸ ਸੰਪਰਦਾ ਜਾਂ ਧੁਨੀ ਸੰਪਰਦਾ, ਅਲੰਕਾਰ ਸੰਪਰਦਾ, ਤਾਂ ਕੀ ਪੁੱਛਿਆ ਜਾ ਸਕਦਾ? ਤਾਂ ਮੋਟਾ ਜਿਹਾ ਅੰਦਾਜ਼ਾ ਕੀ ਹੈਗਾ ਕਿ ਉਸ ਜਿਹੜੀਆਂ ਇਹ ਸੰਪਰਦਾਵਾਂ ਨੇ, ਇਹਨਾਂ ਦੇ ਸੰਸਥਾਪਕ ਕੌਣ ਨੇ, ਉਹਨਾਂ ਦੇ ਨਾਂ, ਫਿਰ ਉਹ ਜਿਹੜੇ ਸੰਸਥਾਪਕ ਨੇ ਉਹਨਾਂ ਦੀਆਂ ਪੁਸਤਕਾਂ ਦੇ ਨਾਂ, ਫਿਰ ਉਹਨਾਂ ਦੀ ਕਾਲ ਕਰਮਕਤਾ ਕਿ ਕਿਹੜਾ ਲੇਖਕ ਪਹਿਲਾਂ ਆਉਂਦਾ, ਕਿਹੜਾ ਬਾਅਦ ਦੇ ਵਿੱਚ ਆਉਂਦਾ, ਫਿਰ ਉਹਨਾਂ ਦੇ ਜਿਹੜੇ ਪ੍ਰਮੁੱਖ ਵਾਕ ਨੇ ਜਾਂ ਉਹਨਾਂ ਦੇ ਜਿਹੜੇ ਸੂਤਰ ਨੇ, ਜਿਹੜੇ ਪ੍ਰਮੁੱਖ ਸੂਤਰ ਨੇ, ਉਹਨਾਂ ਸੂਤਰਾਂ ਦੇ ਬਾਰੇ ਤੁਸੀਂ ਜਾਣਨਾ ਤੁਹਾਨੂੰ ਚਾਹੀਦਾ। ਤਾਂ ਇਸ ਕਿਸਮ ਦੇ ਉੱਥੇ ਸੰਕਲਪੀ ਸਵਾਲ ਵੀ ਆ ਸਕਦੇ ਨੇ, ਸੰਕਲਪੀ ਸਵਾਲ ਵੀ ਆ ਸਕਦੇ ਆ ਅਤੇ ਸੂਚਨਾਮਈ ਸਵਾਲ ਵੀ ਆ ਸਕਦੇ ਆ। ਤੁਹਾਨੂੰ ਦੋਹਾਂ ਦੇ ਲਈ ਹੀ ਤਿਆਰ ਰਹਿਣਾ ਚਾਹੀਦਾ ਹੈਗਾ। ਤਾਂ ਇਸੇ ਤਰ੍ਹਾਂ ਹੀ ਜਿਹੜੇ ਕੁਝ ਸਵਾਲ ਅਜਿਹੇ ਵੀ ਹੋ ਸਕਦੇ ਕਿ ਜਿਹੜੇ ਸਟੇਟਮੈਂਟ ਦੀ ਪੱਧਰ ਦੇ ਸਵਾਲ ਆ, ਜਿਹੜੇ ਇੱਕ ਉੱਥੇ ਤੁਹਾਡੇ ਸਾਹਮਣੇ ਇੱਕ ਇਬਾਰਤ ਲਿਖੀ ਹੋਊਗੀ, ਉਸ ਇਬਾਰਤ ਤੋਂ, ਉਸ ਧਾਰਨਾ ਤੋਂ ਤੁਸੀਂ ਸਹੀ ਜਾਂ ਠੀਕ, ਗਲਤ ਜਾਂ ਠੀਕ ਇੱਕ ਦੂਸਰੇ ਨਾਲ ਮੇਲ ਕਰਨਾ ਹੋਊਗਾ। ਤਾਂ ਇਸ ਤਰ੍ਹਾਂ ਤੁਸੀਂ ਇਸ ਨੂੰ ਅੱਗੇ ਕਰ ਸਕਦੇ ਆ। ਇਸੇ ਤਰ੍ਹਾਂ ਹੀ ਮੈਂ ਕਿ ਜਿਹੜਾ ਇਸ ਵਿੱਚੋਂ ਇੱਕ ਭਾਗ ਹੈਗਾ, ਜਿਹੜਾ ਆਖਰੀ ਭਾਗ ਆ, ਉਹਦੇ ਬਾਰੇ ਕਿਉਂਕਿ ਉਹ ਸਿੱਧੇ ਤੌਰ 'ਤੇ ਆਮ ਕਰਕੇ ਸਿਲੇਬਸਾਂ ਦਾ ਭਾਗ ਨਹੀਂ ਗਾ, ਜਿਹੜਾ ਪ੍ਰਵਾਸ ਬਾਰੇ ਆ, ਜਿਹੜਾ ਅਨੁਵਾਦ ਬਾਰੇ ਆ, ਜਿਹੜਾ ਖੋਜ ਬਾਰੇ ਆ, ਉਹਦੇ ਬਾਰੇ ਮੈਂ ਇੱਕ ਵੱਖਰਾ ਲੈਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਕਰਾਂਗਾ। ਨਿਸ਼ਚੇ ਹੀ ਸਾਹਿਤ ਦੇ ਇਤਿਹਾਸ ਪੜ੍ਹੋ, ਪਰਿਭਾਸ਼ਕ ਸ਼ਬਦਾਵਲੀ ਦੇ ਜਿਹੜੇ ਕੋਸ਼ ਨੇ ਉਹਨਾਂ ਨੂੰ ਪੜ੍ਹੋ, ਸਿਲੇਬਸ ਦੇ ਅਨੁਸਾਰ ਪੰਜਾਬੀ ਪੀਡੀਏ ਤੋਂ ਤੁਸੀਂ ਜਲਦੀ ਨਾਲ, ਤੇਜ਼ੀ ਨਾਲ ਲਾ ਕੇ ਦੇਖ ਸਕਦੇ ਹੈਗੇ ਆ ਆਪਣੇ ਲੋੜੀਂਦੀਆਂ ਜਿਹੜੀਆਂ ਐਂਟਰੀਆਂ ਹੈਗੀਆਂ। ਇਸੇ ਤਰ੍ਹਾਂ ਹੀ ਜਿਹੜਾ ਸਮਕਾਲੀ ਸਾਹਿਤ ਦੇ ਜਿਹੜੇ ਝੁਕਾਓ ਨੇ ਉਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ, ਜਿਹੜੀਆਂ ਸਮਕਾਲੀ ਕਿਤਾਬਾਂ ਨੇ ਉਹਨਾਂ ਦਾ ਨਾਂ, ਸਿਲੇਬਸ ਤੋਂ ਬਾਹਰਲੇ ਕਵੀਆਂ, ਲੇਖਕਾਂ, ਕਲਾਕਾਰਾਂ ਦਾ ਨਾਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਇਹ ਨਾ ਹੋ ਸਕਦਾ ਕਿ ਵੀ ਸਮਕਾਲੀ ਝੁਕਾਅ ਦੇ ਵਿੱਚ ਤੁਹਾਡੇ ਤੋਂ ਸਵਾਲ ਪੁੱਛੇ ਜਾ ਸਕਦੇ ਨੇ। ਮੰਨ ਲਓ ਕਿ ਤੁਹਾਨੂੰ ਪੰਜਾਬੀ ਕਹਾਣੀਕਾਰਾਂ ਦੇ ਨਾਂ ਪੁੱਛੇ ਜਾ ਸਕਦੇ ਆ, ਪੰਜਾਬੀ ਕਹਾਣੀਕਾਰਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਕਾਹਦੇ ਬਾਰੇ ਨੇ ਇਹ ਪੁੱਛਿਆ ਜਾ ਸਕਦਾ ਹੈ, ਕਿਤਾਬਾਂ ਦੇ ਨਾਂ ਪੁੱਛੇ ਜਾ ਸਕਦੇ ਨੇ। ਤਾਂ ਇਸ ਕਿਸਮ ਦੇ ਪ੍ਰਸ਼ਨਾਂ ਲਈ ਵੀ ਤੁਸੀਂ ਤਿਆਰ ਰਹੋ। ਇਸੇ ਤਰ੍ਹਾਂ ਜਿਹੜੀਆਂ ਹੈਗੀ ਆ ਕਿ ਭਾਸ਼ਾ ਵਿਗਿਆਨ ਬਾਰੇ ਪ੍ਰੇਮ ਪ੍ਰਕਾਸ਼ ਜੀ ਦੀਆਂ ਕਿਤਾਬਾਂ ਜਾਂ ਹਰਕੀਰਤ ਸਿੰਘ ਦੀਆਂ ਕਿਤਾਬਾਂ ਹੁਣ ਤੱਕ ਤੁਸੀਂ ਪੜ੍ਹੀਆਂ ਹੋਣੀਆਂ, ਪਰ ਬਲਦੇਵ ਸਿੰਘ ਚੀਮਾ, ਆਪਣੇ ਸੁਖਵਿੰਦਰ ਸੰਘਾ ਅਤੇ ਬੂਟਾ ਸਿੰਘ ਬਰਾੜ ਦੀਆਂ ਕਿਤਾਬਾਂ ਦੇ ਵਿੱਚੋਂ ਵੀ ਤੁਸੀਂ ਇਹਨਾਂ ਸੰਕਲਪਾਂ ਨੂੰ, ਭਾਸ਼ਾ ਵਿਗਿਆਨ ਦੇ ਨਾਲ ਸੰਬੰਧਿਤ ਸੰਕਲਪਾਂ ਨੂੰ ਵੇਖ ਸਕਦੇ ਆ। ਉਦਾਹਰਨ ਵਜੋਂ ਤੁਸੀਂ ਕੇ ਸੰਘਾ ਸਾਹਿਬ ਦੀਆਂ ਕਿਤਾਬਾਂ ਦੇਖ ਸਕਦੇ ਆ। ਇਸੇ ਤਰ੍ਹਾਂ ਹੀ ਇਹ ਕਿ ਕੁਛ ਜਿਹੜੇ ਸੰਕਲਪ ਆ ਬਿਲਕੁਲ ਹੀ ਨਵੇਂ ਨੇ, ਜਾਂ ਕਹਿ ਲਓ ਕਿ ਹਜੇ ਉਹ ਬਹੁਤੇ ਪੰਜਾਬੀ ਲੋਚਨਾ ਵਿੱਚ ਵਰਤੇ ਤਾਂ ਜਾਂਦੇ ਆ, ਪਰ ਬਹੁਤਾ ਸਿਲੇਬਸਾਂ ਦਾ, ਹੁਣ ਤੱਕ ਦੇ ਸਿਲੇਬਸਾਂ ਦਾ ਭਾਗ ਨਹੀਂ ਰਿਹਾ। ਜਿਵੇਂ ਉੱਤਰ ਉਦਰਨਕਤਾ ਬਾਰੇ ਹੈਗਾ, ਅਤੇ ਉਹਦੇ ਬਾਰੇ ਤੁਸੀਂ ਗੁਰਭਗਤ ਸਿੰਘ ਦੀਆਂ ਕਿਤਾਬਾਂ, ਮੇਰੀਆਂ ਕਿਤਾਬਾਂ, ਕੁਲਵੀਰ ਗੋਜਰੇ ਦਾ ਥੀਸਿਸ ਦੇਖ ਸਕਦੇ ਆ। ਇਸੇ ਤਰ੍ਹਾਂ ਹੀ ਬਾਕੀ ਬਹੁਤ ਜਿਹੜੀ ਸਾਡੀ ਸਮਕਾਲੀ ਪੰਜਾਬੀ ਕਵਿਤਾ ਹੈਗੀ ਆ, ਉਹਦੇ ਬਾਰੇ ਕਰਮਜੀਤ ਸਿੰਘ ਦੀਆਂ ਕਿਤਾਬਾਂ ਤਾਂ ਤੁਸੀਂ ਪਹਿਲਾਂ ਦੇਖੀਆਂ ਹੀ ਹੋਣੀਆਂ, ਜਾਂ ਕਰਮਜੀਤ ਸਿੰਘ ਜਾਂ ਸਤਿੰਦਰ ਸਿੰਘ ਦੀਆਂ ਕਿਤਾਬਾਂ ਦੇਖੀਆਂ ਹੋਣੀਆਂ। ਪਰ ਸਮਕਾਲੀ ਸਾਹਿਤ ਬਾਰੇ ਸਮਝਣ ਦੇ ਲਈ ਤੁਸੀਂ ਬਾਕੀ ਮੇਰੀਆਂ ਕਿਤਾਬਾਂ ਦੇਖ ਸਕਦੇ ਹਾਂ, ਯੋਗ ਰਾਜ ਦੀਆਂ ਕਿਤਾਬਾਂ ਦੇਖ ਸਕਦੇ ਹਾਂ, ਸੁਖਦੇਵ ਸਿੰਘ ਦੀਆਂ ਕਿਤਾਬਾਂ ਦੇਖ ਸਕਦੇ ਹਾਂ। ਇਸੇ ਤਰ੍ਹਾਂ ਹੀ ਤੁਸੀਂ ਜਿਵੇਂ ਕਿ ਕਿਹਾ ਜਾ ਸਕਦਾ ਹੈਗਾ ਕਿ ਜਿਹੜਾ ਲੋਕ ਧਾਰਾ ਵਾਲਾ ਪੋਰਸ਼ਨ ਹੈਗਾ ਉਹਦੇ ਬਾਰੇ, ਯਾਨੀ ਜਿਹੜੇ ਬੰਜਾਰਾ ਬੇਦੀ ਅਤੇ ਆਪਣੇ ਕਰਨੈਲ ਸਿੰਘ ਥਿੰਦ, ਉਹ ਤਾਂ ਪੁਰਾਣੇ ਸਾਡੇ ਕਲਾਸੀਕਲ ਵਿਦਵਾਨ ਹੈਗੇ ਆ। ਪਰ ਨਾਹਰ ਸਿੰਘ ਦੀਆਂ ਕਿਤਾਬਾਂ, ਕਰਮਜੀਤ ਸਿੰਘ ਦੀਆਂ ਕਿਤਾਬਾਂ ਵੀ ਤੁਸੀਂ ਪੜ੍ਹੀਆਂ ਹੋਣੀਆਂ ਚਾਹੀਦੀਆਂ। ਉਸੇ ਤਰ੍ਹਾਂ ਹੀ ਤੁਸੀਂ ਜਿਹੜਾ ਸਮਕਾਲ ਆ ਉਹਦੇ ਨਾਲ ਜੁੜਨਾ, ਅਤੇ ਸਮਕਾਲੀ ਝੁਕਾਵਾਂ ਬਾਰੇ ਜਦੋਂ ਦੇਖਣਾ ਤਾਂ ਉਦੋਂ ਘੱਟੋ ਘੱਟ ਤੁਸੀਂ ਆਪਣੇ ਮਨ ਦੇ ਵਿੱਚ ਲਿਸਟ ਜ਼ਰੂਰ ਬਣਾਓ ਕਿ ਜਿਹੜੇ ਸਿਲੇਬਸਾਂ 'ਚ ਨਹੀਂ ਲੱਗੇ ਉਹ ਕਿਹੜੇ 10 ਨਾਵਲਕਾਰ ਹੋ ਸਕਦੇ ਆ, ਕਿਹੜੇ 10 ਕਹਾਣੀਕਾਰ ਹੋ ਸਕਦੇ ਆ, ਕਿਹੜੇ ਗਜ਼ਲਕਾਰ ਹੋ ਸਕਦੇ ਆ, ਕਿਹੜੇ ਉਹ ਨਾਟਕਕਾਰ ਹੋ ਸਕਦੇ ਆ, ਕਾਂਗੀਕਾਰ ਹੋ ਸਕਦੇ ਆ, ਕਵੀ ਹੋ ਸਕਦੇ ਆ, ਕਿ ਜਿਨ੍ਹਾਂ ਨੇ ਇਸ ਸਮੇਂ ਸਿਲੇਬਸਾਂ ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਪਰ ਉਹਨਾਂ ਦਾ ਨਾਂ ਹੈ।
ਤਾਂ ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੇ ਬਾਰੇ, ਉਹਨਾਂ ਦੇ ਝੁਕਾਓ ਬਾਰੇ ਕਿ ਕਿਸ ਪਾਸੇ ਵੱਲ ਜਾ ਰਿਹਾ। ਇਸੇ ਤਰ੍ਹਾਂ ਕੁਝ ਸਵਾਲ ਆ ਜਿਹੜੇ ਤੁਹਾਨੂੰ ਉਹ ਦਲਿਤ ਚੇਤਨਾ ਜਾਂ ਨਾਰੀ ਚੇਤਨਾ 'ਤੇ ਵੀ ਪੁੱਛੇ ਜਾ ਸਕਦੇ ਆ, ਤਾਂ ਉਹਨਾਂ ਦਾ ਵੀ ਤੁਹਾਨੂੰ ਪ੍ਰਸੰਗ ਪਤਾ ਹੋਣਾ ਚਾਹੀਦਾ ਹੈ।